ਇਹ ਭੋਲਾ ਭਾਵ ਭੋਲਾ ਬੱਚਾ ਜਿਹੜਾ ਹੁੰਦਾ ਉਹ ਦੇਵਤਾ ਹੁੰਦਾ, ਜਿਹੜਾ ਕਿਸੇ ਦੀ ਨਿੰਦਿਆ ਨਹੀਂ ਕਰਦਾ, ਜਿਹੜਾ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਉਹਨੂੰ ਇੰਨਾ ਪਤਾ ਹੀ ਨਹੀਂ ਹੁੰਦਾ ਵੀ ਕਿਸੇ ਦੀ ਬਰਖਲਾਫੀ ਕਿਵੇਂ ਕਰੀਦੀ ਹੈ। ਉਹਨੂੰ ਨਹੀਂ ਕਿਸੇ ਨਾਲ ਚਲਾਕੀ ਕਰਨੀ ਆਉਂਦੀ। ਸਾਡਾ ਸ਼ਾਸਤਰ, ਸਾਡਾ ਧਰਮ ਕਹਿੰਦਾ ਕਿ ਦੇਵਤਿਆਂ ਵਾਲੇ ਗੁਣ ਭੋਲੇ ਭਾਵ 'ਚ ਹੁੰਦੇ ਨੇ। ਭੋਲਾ, ਤੁਹਾਡਾ ਬੱਚਾ ਭੋਲਾ ਹੈ ਨਾ, ਸਮਝ ਲਓ ਇਹ ਸਾਧੂ ਹੈ, ਅੱਧਾ ਤਾਂ ਸੰਤ ਹੈ ਜਨਮ ਤੋਂ ਹੀ। ਹੁਣ ਅੱਗੇ ਤੋਂ ਕਮਾਈ ਕਰਾਓ ਤੇ ਰੱਬ ਦਾ ਪਿਆਰਾ ਬਣ ਜੂ ਇੱਕ ਦਿਨ। ਚਲਾਕ ਨਹੀਂ ਕਦੇ ਸਾਧੂ ਬਣਦੇ ਹੁੰਦੇ, ਭੋਲੇ ਸਾਧੂ ਬਣਦੇ ਹੁੰਦੇ ਨੇ, ਜਿਹੜੇ ਬਿਲਕੁਲ ਹੀ ਹਰ ਕਿਸੇ ਤੇ ਵਿਸ਼ਵਾਸ ਹੈ ਉਹਨਾਂ ਦਾ, ਕਿਸੇ ਨਾਲ ਠੱਗੀ ਚੋਰੀ ਨਹੀਂ ਕਰ ਸਕਦੇ, ਕਿਸੇ ਦਾ ਬੁਰਾ ਨਹੀਂ ਬਹੁਤਾ ਕਰ ਸਕਦੇ ਉਹ। ਸੋ ਮਹਾਰਾਜ ਦੇ ਜਿਹੜਾ ਜਨਮ, ਇੱਕ ਦੇਵਤਿਆਂ ਵਾਲਾ ਜਨਮ, ਭਗਤ ਧਰੂ ਜੀ ਨੇ ਜਦੋਂ ਜਨਮ ਲੈ ਲਿਆ ਤੇ ਮਹਾਰਾਜਾ ਕਹਿੰਦੇ ਉਤਾਨ ਪਾਦ ਬੜਾ ਉਹ ਵੀ ਧਰਮੀ ਹੈ, ਕਿਉਂਕਿ ਪੁਰਾਤਨ ਰਾਜੇ ਮਹਾਰਾਜੇ ਵੀ ਸਾਧੂ ਸੰਤਾਂ ਦੇ ਮਾਰਗ ਤੇ ਹੁੰਦੇ। ਉਹ ਜਿਹੜੀ ਦੂਸਰੀ ਰਾਣੀ ਹੈ ਉਹ ਕਹਿੰਦੀ ਵੀ ਮੈਂ ਇਹਨੂੰ ਪ੍ਰਵਾਨ ਨਹੀਂ ਕਰਦੀ, ਜਿਹੜੀ ਆ ਮੇਰੀ ਦੂਜੀ ਭੈਣ ਹੈ, ਇਹਨੂੰ ਬਾਹਰ ਕੱਢ ਮਹਿਲਾਂ ਚੋਂ। ਇਹ ਬੜਾ ਮੁਸ਼ਕਲ ਹੈ ਜਿਹੜਾ ਇਸਤਰੀ ਜਾਮਾ ਹੈ। ਸਾਡੇ ਘਰਾਂ 'ਚ ਕਾਹਦੀਆਂ ਲੜਾਈਆਂ ਨੇ, ਆ ਸਕੇ ਭਾਈ ਅੱਡ ਹੋ ਜਾਂਦੇ ਨੇ, ਜ਼ਮੀਨਾਂ ਵੰਡ ਲੈਂਦੇ ਨੇ। ਆ ਇਹਨਾਂ ਦੀ ਨਹੀਂ ਬਣਦੀ, ਜਿਹੜੀਆਂ ਸੁਰੁਚੀ ਹੋਣੀਆਂ ਹੁੰਦੀਆਂ ਨੇ, ਬੰਦਿਆਂ ਦੀ ਤਾਂ ਬਣੀ ਜਾਂਦੀ ਹੈ। ਇੱਕ ਦੂਜੇ ਨੂੰ ਦੇਖ ਕੇ ਨਹੀਂ ਜਰਦੀਆਂ, ਜਵਾਕਾਂ ਦੇ ਹੱਥਾਂ 'ਚੋਂ ਦੁੱਧ ਖੋ ਲੈਂਦੀਆਂ ਨੇ ਚਾਚੀਆਂ ਤਾਈਆਂ, ਹਲਕ 'ਚੋਂ ਕੱਢ ਲੈਂਦੀਆਂ ਨੇ, ਉਹਦੇ ਟੁਕੜੇ ਗਏ ਵੀ ਬੁਰਕੇ ਵੀ, ਤੂੰ ਰੋਟੀ ਵੀ ਨਹੀਂ ਖਾ ਸਕਦਾ ਮੇਰੇ ਹੁੰਦੇ। ਆ ਸਾਡੇ ਘਰਾਂ 'ਚ ਕੀ ਹੈ ਕਿਹਨੂੰ ਨਹੀਂ ਪਤਾ, ਸਾਰਿਆਂ ਨੂੰ ਪਤਾ ਹੈ। ਆ ਜਾਂਦੀਆਂ ਨੇ, ਆ ਨਾ ਮਾਂ ਨੂੰ ਪੁੱਛਣ ਨਾ ਸੱਸ ਨੂੰ, ਇੱਕੋ ਹੀ ਰੂਪ ਹੈ ਇਸ ਇਸਤਰੀ ਦਾ, ਇੱਕੋ ਹੀ ਰੂਪ ਹੈ। ਉਹ ਬੇਟੀ ਵੀ ਹੈ ਇੱਕ ਮਾਂ ਦੀ ਤੇ ਪਿਓ ਦੀ, ਤੇ ਨੂੰਹ ਵੀ ਹੈ। ਅੱਗੇ ਵੀ ਮਾਂ ਬਾਪ ਨੇ, ਇਹ ਪਿਛਲਾ ਮਾਂ ਬਾਪ ਵਾਲਾ ਤੈਨੂੰ ਸਭ ਯਾਦ ਹੈ, ਪਰ ਜਿਹੜੇ ਆਹ ਮਾਂ ਬਾਪ ਰੁਲਦੇ ਨੇ ਨਹੀਂ ਤੈਨੂੰ ਯਾਦ। ਇੱਥੇ ਮਾੜੀ ਜੀ ਸੱਸ ਗੱਲ ਕਹਿ ਦੇ ਵੀ ਸਹੁਰਾ ਥੋੜਾ ਜਿਹਾ, ਉਹ ਮੈਂ ਘਰ ਮੈਂ ਕਹਿੰਦਾ ਧਰਤੀ ਹਿਲਾ ਦੂਗੀ, ਮੈਨੂੰ ਤਾਂ ਆਹ ਕੁਛ ਬੋਲਿਆ। ਆ ਘਰੇ ਜਿੰਨੇ ਮਰਜੀ ਮਾਂ ਬਾਪ ਬੋਲਣ, ਉੱਥੇ ਨਹੀਂ। ਇੱਥੇ ਜਿੰਨਾ ਵੀ ਦੁੱਖ, ਚਾਹੇ ਆ ਸੱਸ ਹੈ ਸਹੁਰਾ ਹੈ, ਕੋਈ ਨਾ ਰੱਬ ਕਰੇ ਸੱਟ ਲੱਗ ਗਈ, ਕੋਈ ਬਿਮਾਰ ਲੈ ਕਹਿੰਦੇ ਇਹ ਤਾਂ ਮਾੜੀ ਜੀ ਗੱਲ ਹੈ, ਇਹਦੀ ਕਿਹੜੀ ਗੱਲ ਹੈ। ਤੇ ਜੇ ਪੇਕਿਆਂ ਵੱਲੋਂ ਮਗਰੋਂ ਥੋੜੀ ਜੀ ਗੱਲ ਆ ਜਾਵੇ, ਉਦੋਂ ਹੀ ਤਰੇਲੀਆਂ ਆਉਣ ਲੱਗ ਜਾਂਦੀਆਂ ਨੇ। ਕੀ ਰੂਪ ਹੈ। ਤੂੰ ਮਾਂ ਬਾਪ ਦੀ ਧੀ ਹੈ ਤੇ ਇਹਨਾਂ ਦੀ ਧੀ ਨਾ ਬਣੀ। ਔਰ ਕੁਛ ਜਿਹੜੇ ਅਵਗਣ ਨੇ ਉਹ ਬਜ਼ੁਰਗਾਂ ਵਿੱਚ ਵੀ ਨੇ, ਉਹ ਵੀ ਗਲਤ ਨੇ। ਆ ਜਿਹੜਾ ਸਾਡਾ ਕਲ ਕਲੇਸ਼ ਪਿਆ ਹੋਇਆ ਹੈ, ਇੰਨੇ ਵਿਆਕੁਲ ਨੇ ਸਾਡੇ ਘਰਾਂ ਦੇ ਘਰ, ਅੱਜ ਕੀ ਹਾਲਾਤ ਨੇ ਸਾਡੇ, ਉਹ ਦਿਖ ਹੀ ਰਹੇ ਨੇ ਜਿਹੜਾ ਸਮਾਂ ਵਰਤਦਾ ਹੈ। ਪਰ ਸਿਆਣੀ ਜਿਸ ਨੂੰ ਇਸਤਰੀ ਕਿਹਾ ਜਾਂਦਾ ਹੈ, ਉਹ ਆਪਣੇ ਸਹੁਰੇ ਘਰ ਇੱਕ ਮਹਾਪੁਰਸ਼ ਨੂੰ ਪੁੱਛਿਆ, ਕਹਿੰਦੇ ਵੀ ਮੈਂ ਕਿਸੇ ਆਚਾਰੀਆ ਸੀ ਹਿੰਦੂ ਧਰਮ ਦੇ, ਮੈਂ ਉਹਨਾਂ ਦਾ ਬਚਨ ਸੁਣਿਆ, ਕਹਿੰਦੇ ਮੈਨੂੰ ਕਈ ਮੇਰੇ ਸੇਵਕ ਆਪਦੀਆਂ ਬੱਚੀਆਂ ਦੇ ਵਿਆਹ 'ਚ ਸੱਦ ਲੈਂਦੇ ਨੇ, ਕਹਿੰਦੇ ਮੈਨੂੰ ਕਹਿੰਦੇ ਮਹਾਰਾਜ ਦੋ ਬੋਲ ਬੋਲ ਦਿਓ ਤੁਸੀਂ। ਕਹਿੰਦੇ ਮੈਂ ਕਿਹਾ ਇੱਥੇ ਮੈਂ ਕੀ ਬੋਲਾਂ ਹੁਣ। ਕਹਿੰਦੇ ਮਹਾਰਾਜ ਕੋਈ ਐਸਾ ਸ਼ਬਦ ਬੋਲੋ, ਅੱਜ ਸਾਡੀ ਧੀ ਦਾ ਕੰਨਿਆ ਦਾਨ ਹੈ। ਕਹਿੰਦੇ ਫਿਰ ਮੈਂ ਇੱਕੋ ਹੀ ਗੱਲ ਬੋਲਦਾ ਹੁੰਨਾ ਉੱਥੇ, ਵੀ ਧੀਏ ਇੱਕੋ ਹੀ ਤੈਨੂੰ ਗਿਆਨ ਦੀ ਗੱਲ ਆ, ਵੀ ਉਹ ਵਸਦੇ ਨੇ, ਉਹਨਾਂ ਨੂੰ ਵਸਦੇ ਰਹਿਣ ਦੀ, ਤੈਂ ਜਾ ਕੇ ਉਹਨਾਂ 'ਚ ਵਸਣਾ, ਉਹ ਵਸਦੇ ਨੇ, ਉਹਨੂੰ ਵਸਦੇ ਰਹਿਣ ਦੇ। ਬਸ ਮੇਰਾ ਇਹਦੇ ਸ਼ਬਦ ਵਿੱਚ ਹੀ ਕਹਿੰਦੇ ਸਾਰਾ ਕੁਝ ਆ ਗਿਆ। ਅੱਜ ਜਿਹੜੀ ਕਲ ਕਲੇਸ਼ ਹੈ, ਜਿਹੜਾ ਮਹਾਰਾਜ ਧਰੂ ਜੀ ਦੀ ਬਾਬਤ, ਉਹ ਕਹਿੰਦੀ ਮੈਨੂੰ ਬਾਹਰ ਕੱਢੋ। ਉਹਨਾਂ ਨੂੰ ਝੌਂਪੜਿਆਂ 'ਚ ਜਿੱਥੇ ਨੌਕਰ ਚਾਕਰ ਰਹਿੰਦੇ ਨੇ, ਉੱਥੇ ਇੱਕ ਬਣਾ ਕੇ ਦੇਤਾ 2 ਖਣ ਦਾ ਕਮਰਾ, ਕੁਟੀਆ ਬਣਾਤੀ ਵੀ ਚੱਲ ਭਾਈ ਤੂੰ ਉੱਥੇ ਹੀ ਰਹਿਣਾ, ਬਿਨਾਂ ਆਗਿਆ ਤੋਂ ਤਾਂ ਮਹਿਲਾਂ 'ਚ ਨਹੀਂ ਆਉਣਾ। ਤੋ ਉੱਥੇ ਭਗਤ ਭਾਈ ਗੁਰਦਾਸ ਜੀ ਨੇ ਫਿਰ ਜਿਹੜੀ ਵਾਰ ਲਿਖੀ ਹੈ ਪੜ੍ਹਦੇ ਆ, ਧਰੂ ਹੱਸਦਾ ਘਰ ਆਇਆ, ਕਹਿੰਦੇ ਨਹੀਂ ਬੱਚਿਆਂ ਨਾਲ ਖੇਡਦਾ ਖੇਡਦਾ
ਮਹਿਲਾਂ ਦੇ ਅੱਗੇ ਖੇਡਦਾ ਸੀ, ਅੱਜ ਮਹਿਲਾਂ ਦੇ ਅੰਦਰ ਖੇਡਦਾ ਹੈ। ਤੇ ਖੇਡਦੇ 5 ਸਾਲਾਂ ਦੇ ਬਾਲਕ ਨੂੰ ਦੇਖਦਾ ਕਿ ਪਲ ਗਿਆ। ਅੱਜ 2 ਸਾਲ ਲੰਘ ਗਏ, 3 ਸਾਲ ਲੰਘ ਗਏ, ਅੱਜ ਇਹ ਪਲ ਗਿਆ। ਮੇਰਾ ਬੱਚਾ ਬੜਾ ਪਿਆਰਾ ਹੈ, ਮਹਾਰਾਜਾ ਸਾਹਿਬ ਤੋਂ ਰਿਹਾ ਨਾ ਗਿਆ। ਕਿਆ ਮੇਰਾ ਪਿਓ ਸਮਰੱਥ ਹੈ? ਅੱਜ ਪਿਓ ਨੂੰ ਪਿਆਰ ਆਇਆ ਪੁੱਤਰ ਦਾ, ਵੀ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਇਉਂ ਵੀ ਪੜਾਉਂਦੇ ਸੀ ਮਹਾਂਪੁਰਖ। ਉਹ ਕਰਕੇ ਪਿਆਰ ਤੇ ਪਿਤਾ ਨੇ ਗੋਦ ਲੈ ਲਿਆ, ਹੱਸਦਾ ਹੱਸਦਾ ਘਰ ਨੂੰ ਆਇਆ ਸੀ। ਪਿਆਰ ਪਿਤਾ ਨੇ ਗੋਦ, ਹੱਸਦਾ ਹੱਸਦਾ ਘਰ ਨੂੰ ਆਇਆ ਸੀ। ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਕੁਛੜ ਆ ਗੋਦ ਵਿੱਚ ਆਪਦੇ ਹਿਰਦੇ ਨਾਲ ਲਾ ਲੈਣਾ, ਆਪਣੇ ਢਿੱਡ ਨਾਲ ਲਾ ਲੈਣਾ। ਪਿਓ ਨੂੰ ਵੀ ਆਪਦੇ ਪੁੱਤਰ ਨਾਲ ਪਿਆਰ ਕਰਨਾ, ਮੁਹੱਬਤ ਕਰਨਾ, ਸਨੇਹ ਕਰਨਾ। ਅੱਜ ਕਲਯੁਗ ਜਿਹੜਾ ਵਰਤ ਰਿਹਾ ਹੈ, ਸਮਾਂ ਜਿਹੜਾ ਵਰਤ ਰਿਹਾ ਹੈ, ਦੇਖੋ ਕਿਹੋ ਜਿਹਾ ਇਹ ਰੱਬ ਨਾਲ ਜਿਹੜੀ ਪ੍ਰਾਪਤੀ ਹੈ, ਇਹ ਹੁਣ ਕਹਿਣ ਸੁਣਨ ਤੋਂ ਬਾਹਰੇ ਗੱਲ ਹੈ। ਇਹਨੂੰ ਕਦੇ ਧਿਆਨ ਲਾਇਓ, ਸਾਰੀ ਉਮਰ ਲੱਗ ਜੂ। ਧਰੂ ਮਹਾਰਾਜ ਨੂੰ ਬਰਾਗ ਲੱਗਿਆ ਕਿਵੇਂ, ਇੱਕ ਗੱਲ ਨਹੀਂ ਸੀ ਕੱਲੀ। ਦੇਖੋ ਕਿੰਨਾ ਵੱਡਾ ਪਿਆਰ ਅੱਜ ਪਿਓ, ਜਦੋਂ ਪਿਤਾ ਨੇ ਆਪਦੀ ਬੁੱਕਲ 'ਚ ਲਿਆ ਤਾਂ ਬਾਲਕ ਨੂੰ ਉਹ ਜਿਹੜਾ ਅਹਿਸਾਸ ਹੋਇਆ ਕਿ ਮੇਰਾ ਰੱਬ ਵਰਗਾ ਪਿਓ ਹੈ। ਮੇਰੇ ਪਿਓ ਦੇ ਜਿਹੜਾ ਇਹ ਪੋਸ਼ਾਕਾ ਪਾਇਆ ਹੋਇਆ ਸ਼ਾਹੀ, ਅੱਜ ਜਦੋਂ ਮੈਨੂੰ ਆਪਦੇ ਗਲ ਨਾਲ ਲਾਇਆ, ਜਿਹੜੀ ਮੈਨੂੰ ਖੁਸ਼ਬੂ ਆਈ ਆ, ਮੈਨੂੰ ਆਨੰਦ ਆਇਆ ਮੇਰੇ ਪਿਓ ਦੇ ਵਿੱਚੋਂ, ਇਹ ਮੈਂ ਦੱਸ ਨਹੀਂ ਸਕਦਾ। ਉਸ ਪਿਤਾ ਦੇ ਨਾਲ ਜਦੋਂ ਬਾਲਕ ਦਾ ਸਨੇਹ ਕਰਨਾ, ਤਾਂ ਫਿਰ ਜਿਹੜੀ ਮਤਰੇਈ ਦੇਖਦੀ ਆ ਉੱਥੇ ਖੜੀ, ਉਹ ਦੇਖ ਨਾ ਸਕੀ। ਉਹ ਕਹਿੰਦੀ, ਉਹ ਅੱਗ ਬਲੂਲਾ ਹੋ, ਉਸ ਜਿਵੇਂ ਜਲ ਬਲ ਜਾਣਾ, ਉਹ ਆਉਂਦੀ ਆ ਸਾਹਮਣੇ। ਇੰਨੀ ਹਿੰਮਤ ਨਹੀਂ ਸੀ ਮਹਾਰਾਜਾ ਸਾਹਿਬ ਦੀ ਕਿ ਉਹਦੀ ਗੱਲ ਕੋਈ ਮੋੜ ਦੇਵੇ। ਉਹ ਕਹਿੰਦੇ ਆਈ, ਆ ਕੇ ਇਸ ਬਾਲਕ ਨੂੰ ਐ ਖਿੱਚ ਕੇ ਪਿਤਾ ਦੀ ਗੋਦ ਵਿੱਚੋਂ ਬਾਹਰ ਇੱਧਰ ਆ ਕਹਿੰਦੀ, ਔਰ ਫੜ ਲੈਣਾ, ਜਿਵੇਂ ਬਾਂਹ ਤੋਂ ਫੜ ਕੇ ਘੜੀਸਿਆ, ਔਰ ਘੜੀਸ ਕੇ ਕਹਿੰਦੇ ਇਹਦੇ ਜਿਵੇਂ ਉਸ ਮਤਰੇਈ ਨੇ ਚਪੇੜ ਮਾਰੀ ਹੈ, ਔਰ ਚਪੇੜ ਮਾਰ ਕੇ ਫੜ ਕੇ 5 ਸਾਲਾਂ ਦੇ ਬੱਚੇ ਨੂੰ ਪਟਕਾ ਕੇ ਧਰਤੀ ਤੇ ਮਾਰਿਆ। ਨਿਰਦਈ ਹੈ, ਔਰ ਇਹਨਾਂ ਨਿਰਦਈਪਣਾ, ਇੱਕ ਬਾਲਕ 5 ਸਾਲਾਂ ਦਾ ਬੱਚਾ ਹੈ ਔਰ ਪਟਕਾ ਕੇ ਧਰਤੀ ਤੇ ਮਾਰਿਆ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਦੋਂ ਆਪਾਂ ਚਰਿੱਤਰ ਪੜ੍ਹਦੇ ਆ ਨਾ ਇਸਤਰੀ ਦੇ, ਉਹ ਇਹੀ ਵਿਭਚਾਰੀ ਇਸਤਰੀਆਂ ਨੇ। ਔਰ ਉਹਨਾਂ ਚਰਿੱਤਰਾਂ ਵਿੱਚ ਇੱਥੇ ਤੱਕ ਵੀ ਆਉਂਦਾ ਵੀ ਇੱਕ ਉਹ ਇਸਤਰੀ ਹੈ ਜਿਸ ਨੇ ਵਿਸ਼ੇ ਵਿਕਾਰਾਂ ਦੇ ਵਿੱਚ ਲੱਗੀ ਹੋਈ ਨੇ ਆਪਦੇ ਬਾਲਕ ਨੂੰ ਹੀ ਮਾਰ ਕੇ ਧਰਤੀ 'ਚ ਦੱਬਤਾ ਸੀ ਆਪਦੇ ਮੰਜੇ ਹੇਠਾਂ। ਐਸੀ ਵੀ ਹੈ ਕੋਈ ਇਸਤਰੀ?
ਔਰ ਜਦੋਂ ਉਹ ਬੋਲਣ ਲੱਗਿਆ ਕਹਿੰਦਾ ਵੀ ਇਹ ਤਪਦੀ, ਉਹ ਹੁਣ ਇੱਥੇ ਉਹਨੂੰ ਉਹਦਾ ਵੀ ਗਲ ਵੱਢਤਾ ਉਹਨੇ, ਦੋਏ ਵਾਰ ਦੱਬ ਤੇ ਬੱਚਾ ਵੀ ਦੱਬਤਾ, ਔਰ ਜਿਹੜਾ ਵਕਾਰ ਭੋਗ ਗਿਆ ਉਹਨੂੰ ਵੀ ਮਾਰਤਾ। ਔਰ ਜਦੋਂ ਉਹ ਆਇਆ ਉਹਦਾ ਪਤੀ ਪ੍ਰਦੇਸ਼ਾਂ ਚੋਂ, ਉਹਨੂੰ ਪਤਾ ਲੱਗਿਆ ਤਾਂ ਉਹਨੂੰ ਵੀ ਉੱਥੇ ਗਰਕ ਉਹਨੇ ਖਤਮ ਕਰਤਾ। ਇਹ ਮਹਾਰਾਜ ਨੇ ਚਰਿੱਤਰ ਲਿਖੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਇਤ ਸ੍ਰੀ ਚਰਿਤਰੋ ਪਖਿਆਨੇ, ਰੋਜ਼ ਰਹਿਰਾ ਸਾਹਿਬ ਪੜ੍ਹਦੇ ਹਨ। ਤਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਪਤਮ ਹਦਸੋ ਮਸਤ ਅਫਜੂ, ਐਵੇਂ ਆ ਬਚਨ। ਸੋ ਉਹ ਮਹਾਰਾਜ ਦੇ ਜਿਹੜੇ ਬਚਨ ਨੇ ਬੜੇ ਆਨੰਦਮਈ ਬਚਨ ਨੇ, ਸੁਣ ਕੇ ਉਹਨਾਂ ਨੂੰ ਬੜਾ, ਜਦੋਂ ਕਦੇ ਭਗਤ ਸਾਧਨਾ ਜੀ ਦਾ ਪੜ੍ਹਦੇ ਆ ਵੀ ਅੱਲਾ ਦੀ ਬੰਦਗੀ ਕਰਨ ਚੱਲਿਆ, ਬੜਾ ਨੂਰ ਸੀ, ਉਹ ਕਿਸੇ ਦੇ ਦਰ ਤੇ ਮੰਗਦਾ ਜਾ ਕੇ, ਔਰ ਇੱਕ ਇਸਤਰੀ ਬੜੀ ਸੁੰਦਰ ਸਰੂਪ ਹੈ। ਚਲੋ ਇਹ ਤਾਂ ਗੱਲ ਆ ਗਈ ਇੱਧਰ ਭਗਤਾਂ ਦੀ। ਉਹ ਕਹਿੰਦੀ ਬਾਬਾ ਉਰੀ ਰਹਿ ਪਾ ਤੂੰ, ਕੋਈ ਨਹੀਂ, ਕਿੱਥੋਂ ਆਇਆ? ਸੰਤ, ਸਾਧੂ ਸੰਤ ਹੈ। ਕਹਿੰਦਾ ਮਹਾਰਾਜ ਇੱਕ ਮੰਜੀ ਡਾਹਤੀ। ਉਸ ਤੋਂ ਬਾਅਦ ਉਹ ਜਦੋਂ ਆ ਕੇ ਉਹਨੂੰ ਕਹਿੰਦੀ ਆ ਕਿ ਮੇਰਾ ਤੇਰੇ ਨਾਲ ਮਨ ਹੈ, ਮੈਨੂੰ ਇੱਥੋਂ ਲੈ ਚੱਲ ਕਿਤੇ। ਉਹ ਕਹਿੰਦਾ ਵੀ ਨਹੀਂ, ਮੈਂ ਤਾਂ ਪਹਿਲਾਂ ਹੀ ਰੱਬ ਦੀ ਬੰਦਗੀ ਕਰਨ ਚੱਲਿਆ, ਕਸਾਈ ਸੀ ਮੈਂ, ਤੂੰ ਇਹ ਕੀ ਕਰਦੀ ਆ? ਤੇਰਾ ਪਤੀ, ਕਹਿੰਦੀ ਉਹ ਤਾਂ ਬਿਮਾਰ ਹੈ, ਮੰਜੇ ਤੇ ਪਿਆ। ਕਹਿੰਦਾ ਦੇਖ ਉਹਦੇ ਹੁੰਦੇ ਤੂੰ ਇਹ ਉਹਦੇ ਨਾਲ ਹੀ ਉਹਨਾਂ ਦੀ ਸੇਵਾ 'ਚ ਹੀ ਰਹਿ। ਪਰ ਜਦੋਂ ਉਹਨੇ ਦੇਖੋ ਇਉਂ ਸਮਝ ਲਿਆ ਵੀ ਮੇਰੇ ਪਤੀ ਤੋਂ ਡਰਦਾ ਇਹ, ਉਹ ਜਾ ਕੇ ਉਹਨੇ ਗੰਡਾਸਾ ਚੱਕਿਆ, ਆਪਦੇ ਘਰ ਵਾਲੇ ਦਾ ਹੀ ਗਲ ਵੱਢਿਆ। ਉਹ ਕਹਿੰਦੀ ਮੈਂ ਤਾਂ ਉਹਦਾ ਹੀ ਹਾਲ ਹੈ, ਆ ਸਿਰਾ ਪਿਆ, ਉਹਦਾ ਧੜ ਉਧਰ ਪਿਆ, ਚੱਲ ਮੈਂ ਤੇਰੇ ਨਾਲ ਜਾਣਾ। ਉਹ ਕਹਿੰਦਾ ਵੀ ਨਹੀਂ। ਫਿਰ ਉਹਨੇ ਰੌਲਾ ਪਾਤਾ, ਕਹਿੰਦੀ ਇਹੋ ਜਿਹਾ ਸੰਤ ਆਇਆ ਮੇਰੇ ਘਰ, ਆ ਦੇਖ ਲਓ ਮੈਨੂੰ ਲੈ ਕੇ ਜਾਂਦਾ ਸੀ, ਮੇਰੇ ਘਰ ਵਾਲੇ ਦਾ ਹੀ ਗਲ ਵੱਢਤਾ। ਇਹ ਵੀ ਚਰਿੱਤਰ ਹੀ ਨੇ। ਫਿਰ ਦੇਖਿਆ ਸੀ ਨਾ ਜਿਵੇਂ ਭਗਤ ਸਾਧਨਾ ਜੀ ਦੇ ਵੀ ਹੱਥ ਵੱਢਣ ਦਾ ਹੁਕਮ ਸੁਣਾਇਆ ਸੀ ਉਸ ਟਾਈਮ ਦੇ ਰਾਜੇ। ਕੀ ਹੋਇਆ? ਸਾਡੇ ਧਰਮ ਗ੍ਰੰਥਾਂ ਦੇ ਅਨੁਸਾਰ, ਸ਼ਾਸਤਰਾਂ ਦੇ ਬੜੀਆਂ ਕਥਾ ਨੇ, ਬੜਾ ਕੁਝ ਹੈ, ਇੰਨਾ ਕੁਝ ਵੀ ਹੁੰਦਾ। ਹੁਣ ਆ ਕੋਟ ਭਰੇ ਪਏ ਨੇ, ਕਚਹਿਰੀਆਂ ਭਰੀਆਂ ਪਈਆਂ ਨੇ, ਪੁਲਿਸ ਅਫਸਰ ਉਹ ਖੱਜਲ ਖੁਆਰ ਹੁੰਦੇ ਨੇ, ਆ ਜਾਂਦੀਆਂ ਨੇ ਜਾ ਕੇ ਕਦੇ ਉਹਨੂੰ ਫਸਾਦਾ, ਉਹਦੇ ਤੇ ਬਿਆਨ ਦੇਤਾ, ਉਦੋਂ ਐ ਕਰਤਾ, ਕਿਹੜਾ ਪੁੱਛਦਾ ਇੱਥੇ? ਔਰ ਜਿਹੜਾ ਕੁਝ ਹੋਇਆ ਕੁਝ ਮਾੜਾ ਔਰ ਉਹਦੇ ਕਰਕੇ ਕਾਨੂੰਨ ਸਖਤ ਹੋਏ ਤੇ ਆ ਮਾੜੇ ਲੋਕ ਇਹਦਾ ਫਾਇਦਾ ਉਠਾ ਰਹੇ ਨੇ। ਦੇਖੋ ਕੈਸਾ ਸਮਾਂ ਹੈ। ਤੇ ਜਦੋਂ ਇਸਤਰੀ ਦਾ ਰੂਪ ਹੈ ਜਿਹੜਾ ਇਹਦਾ ਅਸਲ ਰੂਪ ਜਦੋਂ ਧਾਰਨ ਕਰਦੀ ਹੈ ਕੋਈ, ਉਹ ਜਿਹੜੇ ਉਹਦੇ ਚਰਿੱਤਰ ਨੇ, ਜਦੋਂ ਅੱਜ ਉਹ ਮਤਰੇਈ ਮਾਂ ਦੀ ਚਲੋ ਗੱਲ ਕਰੋ, ਉਹ ਇੰਨਾ ਨਿਰਦਈ ਪਣੇ ਦੇ ਵਿੱਚ ਆ ਕੇ ਉਸ ਨੂੰ ਸਿੱਟ ਦਿੰਦੀ ਆ, ਧਰਤੀ ਤੇ ਪਟਕਾ ਕੇ ਮਾਰਦੀ ਆ। ਕਿਉਂਕਿ ਮੈਂ ਸਾਰੀ ਵਿਆਖਿਆ ਬਹੁਤ ਸਮਾਂ, ਆਪਾਂ ਥੋੜੇ ਮਿੰਟ ਹੀ ਹਾਜ਼ਰੀ ਭਰਨੀ ਹੈ। ਤੇ ਫਿਰ ਉੱਥੇ ਜਦੋਂ ਰੋਂਦਾ ਹੈ ਇਸ ਬਾਲਕ ਨੂੰ, ਕੋਈ ਰੋਂਦੇ ਨੂੰ ਚੁੱਪ ਨਹੀਂ ਕਰਾਉਂਦਾ। ਪਿਤਾ ਵੱਲ ਦੇਖਦਾ ਕਿ ਬਾਬਲਾ ਐ ਮੇਰੇ ਬਾਪੂ, ਤੇਰੇ ਹੁੰਦੇ ਮੇਰੀ ਦੁਰਦਸ਼ਾ ਤੇਰੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਹੈ। ਪਰ ਉਹ ਕਹਿੰਦਾ ਪੁੱਤਰਾ ਮੈਂ ਬੇਵਸ ਹਾਂ, ਕਿੱਥੇ ਜਾਵਾਂ ਹੁਣ? ਜਦੋਂ ਬੱਚਾ ਰੋਂਦਾ ਆਪਦੀ ਮਾਂ ਨੂੰ ਯਾਦ ਕਰਦਾ, ਪਰ ਮਾਂ ਹੁਣ ਨਜ਼ਰ ਨਹੀਂ ਆਉਂਦੀ ਕਿਤੇ। ਜਦੋਂ ਰੋਣਾ ਆਉਂਦਾ ਨਾ ਇਸ ਬੱਚੇ ਨੂੰ ਤਾਂ ਫਿਰ ਤੁਰਿਆ ਵੀ ਨਹੀਂ ਜਾਂਦਾ, ਹੌਂਕੇ ਭਰਦੇ ਆ। ਇੱਕੋ ਖੜਾ ਤੇ ਐ ਰੋਈ ਜਾਂਦਾ, ਹੌਂਕੇ ਭਰਦਾ। ਪਰ ਜਦੋਂ ਥੋੜੀ ਜੀ ਹਿੰਮਤ ਹੋਈ ਆਪਦੀ ਮਾਂ ਵੱਲ ਨੂੰ ਤੁਰਦਾ, ਉਹ ਦੇਵੀ ਮਾਂ, ਉਹ ਸੰਤ ਆਤਮਾ, ਪਵਿੱਤਰ ਆਤਮਾ ਮਾਂ, ਜਿਸ ਮਾਂ ਦਾ ਬਾਲਕ ਹੈ ਰਾਜੇ ਦਾ ਪੁੱਤਰ, ਪਰ ਜ਼ਿੰਦਗੀ ਭਿਖਾਰੀਆਂ ਦੇ ਵਿੱਚ ਕੱਢ ਰਿਹਾ, ਗਰੀਬਾਂ ਦੇ ਵਿੱਚ ਕੱਢ ਰਿਹਾ। ਕਾਰਨ ਕੀ ਹੈ ਭਾਈ? ਪੜਿਓ ਪ੍ਰੇਮ ਨਾਲ, ਇਹ ਵੀ ਹੈ ਨਾਲ। ਉਹ ਬੁਰੀਆਂ ਹੁੰਦੀਆਂ ਤੇਰਾ ਮਾਮਾ ਜੀ, ਬੁਰੀਆਂ ਹੁੰਦੀਆਂ ਤੇਰਾ ਮਾਮਾ, ਗੋਦ ਵਿੱਚੋਂ ਕੱਢ ਦਿੰਦੀਆਂ। ਪਿਆਰਿਓ ਪਿਆਰਿਓ, ਗੋਦ ਵਿੱਚੋਂ ਕੱਢ ਦਿੰਦੀਆਂ, ਬੁਰੀਆਂ ਹੁੰਦੀਆਂ।
ਐਸਾ ਧਰਮ ਮਹਾਰਾਜ ਦਾ ਉਪਦੇਸ਼ ਹੈ ਵੀ ਤਨੂੰ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਅਗਲੀ ਪੰਕਤੀ 'ਚ ਕਹਿੰਦੇ ਨੇ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਉਹ ਮਤਰੇਈ ਮਾਂ ਨੇ ਜਦੋਂ ਰੋਸ ਕੀਤਾ, ਭਾਵ ਗੁੱਸਾ ਕੀਤਾ, ਇਤਰਾਜ਼ ਕੀਤਾ, ਆਪਾਂ ਕਹਿ ਦਿੰਦੇ ਹਾਂ ਵੀ ਤੂੰ ਇਸ ਜਗ੍ਹਾ ਤੇ ਨਹੀਂ ਬੈਠ ਸਕਦਾ, ਜੇ ਇਸ ਗੋਦ ਵਿੱਚ ਬਹਿਣਾ ਸੀ ਪਿਤਾ ਦੀ ਤਾਂ ਮੇਰੀ ਕੁੱਖੋਂ ਜੰਮ ਲੈਂਦਾ। ਉਸ ਔਤਰੀ ਨੇ ਜਿਹਨੂੰ ਜਨਮ ਦਿੱਤਾ, ਹੁਣ ਜਾ ਧੱਕੇ ਖਾ, ਇੱਥੇ ਨਹੀਂ ਤੈਨੂੰ ਜਗ੍ਹਾ ਮਿਲਣੀ ਕੋਈ। ਜੇ ਮੁੜ ਕੇ ਇਹ ਮਹਿਲਾਂ ਦੇ ਵਿੱਚ ਪੈਰ ਰੱਖਿਆ, ਮੈਂ ਤੈਨੂੰ ਜਾਨੋਂ ਮਾਰ ਦੂੰਗੀ ਮੁੜ ਕੇ। ਇੰਨਾ ਡਰਾਇਆ, ਧਮਕਾਇਆ, ਅਪਮਾਨ ਕਰਿਆ, ਚਪੇੜਾਂ ਮਾਰੀਆਂ, ਧੱਕੇ ਮਾਰੇ। ਤਾਂ ਇਹ ਬਾਲਕ ਤਨੂੰ ਜਦੋਂ ਫਿਰ ਹੌਂਕੇ ਭਰਦਾ ਭਰਦਾ, ਇੱਕ ਛੋਟੇ ਛੋਟੇ ਪੈਰ, ਛੋਟਾ ਜਿਹਾ ਬਾਲਕ ਤੁਰਦਾ ਧਰਤੀ ਦੇ ਉੱਪਰ, ਐ ਤੁਰਦਾ ਤੁਰਦਾ ਆਪਦੀ ਮਾਂ ਦੇ ਕੋਲ ਜਾਂਦਾ ਤਾਂ ਮਾਂ ਨੂੰ ਦੇਖ ਕੇ ਹੋਰ ਹੌਂਕੇ ਲੈਣ ਲੱਗ ਗਿਆ। ਮਾਂ ਤੋਂ ਦੇਖਿਆ ਨਾ ਗਿਆ ਤੇ ਮਾਂ ਭੱਜ ਕੇ ਜਾ ਕੇ ਇਸ ਨੂੰ ਗਲ ਲਾ ਲੈਂਦੀ ਹੈ। ਕੀ ਹੋ ਗਿਆ ਬੱਚੇ, ਤੂੰ ਰੋਂਦਾ ਕਿਉਂ ਹੈ? ਕਿਤੇ ਡਿੱਗ ਪਿਆ? ਤੈਨੂੰ ਕੋਈ ਠੋਕਰ ਲੱਗੀ, ਕੋਈ ਸੱਟ ਲੱਗੀ? ਕਹਿੰਦਾ ਨਹੀਂ ਮਾਂ। ਕਹਿੰਦੇ ਡਿੱਗ ਪਿਆ? ਕਹਿੰਦਾ ਨਾ। ਕਹਿੰਦੀ ਫਿਰ ਕਿਸੇ ਬੱਚੇ ਨੇ ਨਾਲ ਦੇ ਨੇ ਤੈਨੂੰ ਕੁਛ ਝਗੜਾ ਹੋਇਆ? ਕਹਿੰਦਾ ਨਹੀਂ ਮਾਂ, ਨਾ ਮੈਂ ਡਿੱਗਿਆ ਨਾ ਮੈਂ ਝਗੜਾ ਹੋਇਆ। ਕਹਿੰਦੀ ਫਿਰ ਰੋਂਦਾ ਕਿਉਂ ਹੈ? ਕਹਿੰਦਾ ਮਾਂ ਮੈਂ ਰੋਂਦਾ ਹਾਂ ਵੀ ਅੱਜ ਮੈਂ ਆਪਦੇ ਪਿਤਾ ਦੀ ਗੋਦ ਵਿੱਚ, ਮਹਾਰਾਜਾ ਉਤਾਨਪਾਦ ਦੀ ਗੋਦ ਵਿੱਚ ਬੈਠ ਗਿਆ ਸੀ ਜਾ ਕੇ, ਤੇ ਉਹਨਾਂ ਨੇ ਮੈਨੂੰ ਪਿਆਰ ਕੀਤਾ ਤੇ ਪ੍ਰੇਮ ਕਰਿਆ, ਆਪਦੇ ਗਲ ਲਾਇਆ। ਪਰ ਜਦੋਂ ਮੇਰੀ ਛੋਟੀ ਮਾਂ ਆਈ, ਉਸ ਮਾਂ ਨੇ ਮੈਨੂੰ ਉਸ ਗੋਦ ਵਿੱਚੋਂ ਕੱਢ ਲਿਆ ਔਰ ਮੈਨੂੰ ਐ ਘੜੀਸ ਕੇ ਚਪੇੜਾਂ ਮਾਰੀਆਂ ਤੇ ਨਾਲੇ ਮੈਨੂੰ ਧੱਕਾ ਦੇ ਕੇ ਧਰਤੀ ਤੇ ਸਿੱਟ ਦਿੱਤਾ ਤੇ ਕਹਿ ਦਿੱਤਾ, ਜੇ ਮੁੜ ਕੇ ਇੱਥੇ ਆਇਆ ਤੈਨੂੰ ਮੈਂ ਮਾਰ ਹੀ ਦਵਾਂਗੀ। ਜੇ ਇਸ ਗੋਦ ਵਿੱਚ ਬਹਿਣਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਂਦਾ, ਉਸ ਔਤਰੀ ਦੀ ਕੁੱਖੋਂ ਕਿਉਂ ਜੰਮਿਆ? ਮਾਂ, ਅੱਜ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਤੂੰ ਵੀ ਮਹਾਰਾਣੀ ਹੈ ਮੇਰੇ ਪਿਤਾ ਦੀ, ਪਰ ਤੂੰ ਮਹਾਰਾਣੀ ਹੈ, ਪਰ ਜਿਹੜੀ ਤੇਰੀ ਮੈਂ ਦੇਖ ਰਿਹਾ ਜਿਹੜਾ ਹਾਲਾਤ ਤੇਰੇ, ਔਰ ਮੈਂ ਆਪਦੇ ਆਪ ਨੂੰ ਦੇਖ ਰਿਹਾ ਕਿ ਤੂੰ ਰਾਣੀ ਹੈ ਕਿ ਗੋਲੀ ਹੈ। ਇੱਕ ਸਵਾਲ ਕਰਿਆ ਕਿ ਮਾਂ, ਆਓ ਪ੍ਰੇਮ ਨਾਲ ਪੜਿਓ ਸਾਰੇ। ਉਹ ਸੱਚ ਦੱਸ ਦੇ ਨੀ ਮਾਤਾ ਮੇਰੀਏ, ਮੈਨੂੰ ਸੱਚ ਦੱਸ ਦੇ ਉਹ ਮਾਤਾ ਮੇਰੀਏ।
मां पूछे तू सवाणी है कि सुरीता है। मां ये दस मैं नाले हौके भरदा कि तू मेरे पिता दी राणी है कि तू ओदी दासी गोली है। ਤਾਂ ਪਰ ਮਾਤਾ ਨੇ ਕੀ ਕਿਹਾ ਸੀ ਕਿ ਪੁੱਤਰਾ ਤੈਂ ਜੋ ਸਵਾਲ ਕਰਿਆ ਕਿ ਮੈਂ ਰਾਣੀਆਂ ਕਿ ਗੋਲੀਆਂ, ਹਾਂ ਤਾਂ ਮੈਂ ਤੇਰੇ ਪਿਤਾ ਦੀ ਰਾਣੀ ਹਾਂ ਮਹਾਰਾਜਾ ਉਤਾਨਪਾਦ ਦੀ, ਪਰ ਮੇਰੀ ਦਸ਼ਾ ਗੋਲੀਆਂ ਦਾਸੀਆਂ ਤੋਂ ਵੀ ਭੈੜੀ ਹੈ। ਮੈਂ ਆਪਦਾ ਇਸ ਗਰੀਬੀ, ਕਿਉਂਕਿ ਇਹਦੇ ਵਿੱਚ ਦੋਸ਼ ਨਹੀਂ ਕਿਸੇ ਦਾ ਹੈ। ਕਹਿੰਦੇ ਮਾਂ ਫਿਰ ਗੱਲ ਕੀ ਹੈ, ਤੈਂ ਕੀ ਇਹੋ ਜਿਹਾ ਗਲਤ ਕਰਤਾ, ਤੇਰੀ ਇਹ ਦਸ਼ਾ ਕਿਉਂ ਹੈ। ਹੁਣ ਮਾਂ ਦੇ ਕੋਲੇ ਜਦੋਂ ਪੁੱਤਰ ਬੈਠਦਾ, ਆਜਾ ਪੁੱਤਰ ਉਸ ਕੁਟੀਆ ਦੇ ਵਿੱਚ ਬਹਿਣਾ, ਇੱਕ ਸਵਾਲ ਨਹੀਂ ਕਿੰਨੇ ਹੀ ਸਵਾਲ ਨੇ, ਇੱਕੋ ਹੀ ਸਵਾਲ 100 ਸਵਾਲਾਂ ਦਾ ਇੱਕੋ ਹੀ ਜਵਾਬ ਹੈ ਕਿ ਜਿੰਨੀਆਂ ਮਰਜ਼ੀ ਗਲਤੀਆਂ, ਬਸ ਇੱਕੋ ਹੀ ਗਲਤੀ ਹੈ ਕਿ ਮੇਰੇ ਮਾੜੇ ਕਰਮ ਨੇ। ਮੈਂ ਪਿਛਲੇ ਜਨਮ ਦੇ ਵਿੱਚ ਕੋਈ ਰੱਬ ਦਾ ਨਾਮ ਨਹੀਂ ਲਿਆ, ਮੈਂ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕਰੀ, ਜਿਹਦੇ ਕਰਕੇ ਇਹ ਮੇਰੀ ਦੁਰਦਸ਼ਾ ਹੋ ਰਹੀ ਹੈ। ਮੈਂ ਆਹ ਦਰ ਠੋਕਰਾਂ ਕਿਉਂ ਖਾਂਦੀ ਫਿਰਦੀ ਹਾਂ, ਕਿਉਂ ਮੈਨੂੰ ਰਾਜ ਭੋਗਣ ਨੂੰ ਨਹੀਂ ਮਿਲ ਰਿਹਾ, ਕਿਉਂ ਮੇਰਾ ਬਾਲਕ ਗਰੀਬੀ ਦੇ ਵਿੱਚ ਟਾਈਮ ਕੱਢ ਰਿਹਾ ਹੈ, ਕਿਉਂ ਮੇਰੇ ਪੁੱਤਰ ਨੂੰ, ਮੇਰੇ ਸੋਨੇ ਵਰਗੇ ਬਾਲਕ ਨੂੰ ਮਹਿਲਾਂ ਵਿੱਚ ਜਾਣ ਦਾ ਹੁਕਮ ਨਹੀਂ। ਪੁੱਤਰਾ ਇਹ ਮੇਰੇ ਮਾੜੇ ਕਰਮ ਨੇ, ਮੈਂ ਪਿਛਲੇ ਜਨਮ ਦੇ ਵਿੱਚ ਕੋਈ ਰੱਬ ਦਾ ਨਾਮ ਨਹੀਂ ਲਿਆ, ਸਾਧੂਆਂ ਦੀ ਸੇਵਾ ਨਹੀਂ ਕਰੀ, ਚੰਗੇ ਕਰਮ ਨਹੀਂ ਕਰੇ, ਜਿਹਦੇ ਕਰਕੇ ਆ ਫਲ ਮੈਨੂੰ ਵੀ ਭੋਗਣਾ ਪੈ ਰਿਹਾ ਤੇ ਮੇਰੇ ਕਰਕੇ ਫਲ ਤੈਨੂੰ ਵੀ ਭੋਗਣਾ ਪੈ ਰਿਹਾ।